ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਵਾਰਤਕ ਭਾਗ ਅਧੀਨ ਆਉਂਦੇ ਲੇਖ ਰਬਾਬ ਮਗਾਉਣ ਦਾ ਬਿਰਤਾਂਤ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਵਾਰਤਕ ਕਿਸ ਨੂੰ ਆਖਦੇ ਹਨ। ਵਾਰਤਕ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਵਿਸ਼ੇ ਵਸਤੂ ਦੀ ਪੇਸ਼ਕਾਰੀ ਸਮੇਂ ਪ੍ਰਮੁੱਖਤਾ ਤਰਕ ਜਾਂ ਦਲੀਲ ਨੂੰ ਦਿੱਤੀ ਜਾਂਦੀ ਹੈ। ਕਹਾਣੀ, ਨਾਵਲ, ਨਾਟਕ ਬਹੁਤਾ ਕਰਕੇ ਵਾਪਰਦਾ ਦਰਸਾਉਣ ਦੇ ਮਾਧਿਅਮ ਹਨ ਅਤੇ ਵਾਰਤਕ ਵਾਪਰੇ ਹੋਏ ਜਾਂ ਵਾਪਰਨ ਵਾਲੇ ਨੂੰ ਦੱਸਣ ਦਾ ਮਾਧਿਅਮ ਹੈ। ਦਰਸਾਉਣ ਵਿੱਚ ਦਲੀਲ ਦੀ ਥਾਂ ਘੱਟ ਹੁੰਦੀ ਹੈ, ਪਰ ਦੱਸਣ ਵਿੱਚ ਦਲੀਲ ਹੀ ਮੁੱਖ ਹੁੰਦੀ ਹੈ। ਮਨੁੱਖ ਦੇ ਜੀਵਨ ਨਾਲ ਸੰਬੰਧਿਤ ਸਮਾਜਿਕ ਸਰੋਕਾਰਾਂ ਦੇ ਨਜ਼ਰੀਏ ਤੋਂ ਇਹ ਨਿਬੰਧ ਵਿਦਿਆਰਥੀਆਂ ਨੂੰ ਚੰਗੇਰੇ ਸਮਾਜ ਦੇ ਸੁਪਨੇ ਸਾਕਾਰ ਕਰਨ ਲਈ ਉਤਸ਼ਾਹਿਤ ਕਰਨਗੇ। ਇਹਨਾਂ ਨਿਬੰਧਾਂ ਵਿੱਚੋਂ ਇੱਕ ਨਿਬੰਧ ਹੈ ਰਬਾਬ ਮਗਾਉਣ ਦਾ ਬਿਰਤਾਂਤ, ਜੋ ਕਿ ਨਿਬੰਧਕਾਰ ਗਿਆਨੀ ਦਿੱਤ ਸਿੰਘ ਜੀ ਦਾ ਲਿਖਿਆ ਹੋਇਆ ਹੈ। ਗਿਆਨੀ ਦਿੱਤ ਸਿੰਘ ਦਾ ਜਨਮ ਪਿੰਡ ਆਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੋਇਆ। ਆਪ ਜੀ ਨੇ ਪੰਡਤਾਂ ਅਤੇ ਗਿਆਨੀਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਓਰੀਐਂਟਲ ਕਾਲਜ ਲਾਹੌਰ ਵਿੱਚ ਆਪ ਅਧਿਆਪਕ ਰਹੇ ਅਤੇ ਖਾਲਸਾ ਅਖਬਾਰ ਦੇ ਐਡੀਟਰ ਵੀ ਰਹੇ। ਗਿਆਨੀ ਦਿੱਤ ਸਿੰਘ ਜੀ ਦੀ ਜ਼ੁਬਾਨ ਸੁਥਰੀ, ਸਾਦਾ ਅਤੇ ਮਨਮੋਹਣੀ ਹੈ। ਵਰਣਨ ਕਰਨ ਦਾ ਢੰਗ ਬਹੁਤ ਸੁਆਦਲਾ ਹੈ। ਆਪ ਦੀ ਵਾਰਤਕ 19ਵੀਂ ਸਦੀ ਦੀ ਪੰਜਾਬੀ ਦਾ ਵਧੀਆ ਨਮੂਨਾ ਹੈ। ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ, ਦੰਭ ਵਿਧਾਰਨ, ਗੁੱਗਾ ਗਪੌੜਾ, ਦੁਰਗਾ ਪ੍ਰਬੰਧ, ਰਾਜ ਪ੍ਰਬੋਧ ਨਾਟਕ, ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ। ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਚਰਿੱਤਰ ਤੋਂ ਬਿਨਾਂ ਉਹਨਾਂ ਦੇ ਬਹੁਤ ਸੁੰਦਰ ਉਪਦੇਸ਼ ਵੀ ਦਰਜ ਹਨ। ਹੁਣ ਅਸੀਂ ਗਿਆਨੀ ਦਿੱਤ ਸਿੰਘ ਦੇ ਲਿਖੇ ਹੋਏ ਨਿਬੰਧ ਰਬਾਬ ਮਗਾਉਣ ਦਾ ਬਿਰਤਾਂਤ ਬਾਰੇ ਗੱਲਬਾਤ ਕਰਾਂਗੇ। ਰਬਾਬ ਪੁਰਾਣਾ ਸਾਜ਼ ਹੈ। ਇਸ ਦੀ ਕਾਢ ਸਿਕੰਦਰੁਲ ਜੁਨੈਨ ਨੇ ਕੱਢੀ ਸੀ। ਰਬਾਬ ਤੋਂ ਇਲਾਵਾ ਅਨੇਕਾਂ ਹੋਰ ਸਾਜ਼ ਵੀ ਹਨ, ਜਿਵੇਂ ਮਿਰਦੰਗ, ਝਾਜ, ਕਿੰਨਰੀ, ਸਰੋਦ, ਵੀਣਾ, ਸੰਖ, ਭੇਰੀ, ਸ਼ਹਿਨਾਈ, ਤੁਰੀ, ਸਾਰੰਗੀ, ਨਿਸ਼ਾਨ, ਢੋਲਕ, ਡਮਰੂ, ਢੱਡ, ਖੜਤਾਲ, ਛੈਣੇ, ਟੱਲੀਆਂ ਆਦਿ। ਰਬਾਬ ਮਗਾਉਣ ਦਾ ਬਿਰਤਾਂਤ ਨਿਬੰਧ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਸਾਖੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜੰਗਲ ਵਿੱਚ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ ਕੁਰਾਹੀਆ ਸੱਦਣ ਲੱਗੇ ਸਨ। ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸੀ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ
ਰਬਾਬ ਨੂੰ ਸਭ ਤੋਂ ਚੰਗਾ ਸਾਜ਼ ਦੱਸਦਿਆਂ ਲਿਆਉਣ ਲਈ ਕਿਹਾ। ਜਦੋਂ ਮਰਦਾਨਾ ਰਬਾਬ ਲੱਭਣ ਗਿਆ ਤਾਂ ਲੋਕਾਂ ਨੇ ਕੁਰਾਈਏ ਦਾ ਡੂਮ ਕਹਿ ਕੇ ਉਸ ਨਾਲ ਬੁਰਾ ਸਲੂਕ ਕੀਤਾ। ਹੁਣ ਅਸੀਂ ਰਬਾਬ ਮੰਗਾਉਣ ਦਾ ਬਿਰਤਾਂਤ ਨਿਬੰਧ ਨੂੰ ਪੜ੍ਹਾਂਗੇ ਅਤੇ ਸਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਦ ਗੁਰੂ ਜੀ ਇਸੀ ਪ੍ਰਕਾਰ ਜੰਗਲ ਵਿੱਚ ਬੈਠੇ ਕਰਤਾਰ ਦੇ ਗੁਣ ਗਾਉਣ ਲੱਗੇ, ਤਦ ਬਹੁਤ ਲੋਕ ਜੋ ਹਿੰਦੂ ਅਤੇ ਮੁਸਲਮਾਨ ਸੇ ਸੋ ਗੁਰੂ ਨੂੰ ਕੁਰਾਈਆ ਸੱਦਣ ਲੱਗੇ ਔਰ ਆਖਣ ਕਿ ਯਾਰੋ ਇਹ ਜਾਤ ਦਾ ਵੇਦੀ ਖੱਤਰੀ ਸੀ ਔਰ ਭਲਿਆਂ ਦਾ ਪੁੱਤ ਪੋਤਾ ਸੀ। ਭਲਿਆਂ ਸ਼ਬਦ ਦਾ ਅਰਥ ਹੈ ਭਲੇ ਲੋਕਾਂ ਜਾਂ ਇੱਜ਼ਤਦਾਰਾਂ। ਸੋ ਹੁਣ ਕੁਛ ਇਸ ਦੀ ਅਜਿਹੀ ਬੁੱਧ ਫਿਰ ਗਈ ਹੈ ਜੋ ਕਿਸੇ ਦੀ ਵੀ ਨਹੀਂ ਸੁਣਦਾ। ਹਿੰਦੂ ਅਤੇ ਮੁਸਲਮਾਨਾਂ ਨਾਲੋਂ ਵੱਖਰੀ ਹੀ ਚਾਲ ਹੈ, ਪਰ ਇੱਕ ਡੂਮ ਜੋ ਘਰ ਦਾ ਹੀ ਮਿਰਾਸੀ ਸੀ ਸੋ ਸਾਥੀ ਬਣਾ ਲਿੱਤਾ ਹੈ, ਖਾਣਾ ਪਹਿਰਨਾ ਭੁਲਾ ਦਿੱਤਾ ਹੈ। ਇਸੇ ਤਰ੍ਹਾਂ ਦੀ ਚਰਚਾ ਘਰ ਘਰ ਵਿੱਚ ਹੋਣ ਲੱਗ ਗਈ। ਉਧਰ ਤਾਂ ਲੋਕ ਇਸ ਤਰ੍ਹਾਂ ਆਖਦੇ ਸੇ ਅਤੇ ਇੱਧਰ ਗੁਰੂ ਨਾਨਕ ਜੀ ਕਰਤਾਰ ਦੇ ਰੰਗ ਵਿੱਚ ਰੱਤੇ ਹੋਏ ਮਰਦਾਨੇ ਨਾਲ ਨਿਤ ਨਵੇਂ ਥੋਂ ਨਵਾਂ ਸ਼ਬਦ ਅਕਾਲ ਪੁਰਖ ਦੀ ਪ੍ਰਾਰਥਨਾ ਦਾ ਗਾਉਂਦੇ ਸਨ ਔਰ ਸਦਾ ਉਸ ਦੀ ਮਸਤੀ ਵਿੱਚ ਮਗਨ ਰਹਿੰਦੇ ਸਨ। ਇੱਕ ਰੋਜ਼ ਆਖਣ ਲੱਗੇ ਕਿ ਮਰਦਾਨਿਆਂ, ਕੁਝ ਸਾਜ਼ ਵਜਾਓ ਜੋ ਦਿਲ ਨੂੰ ਭਾਵੇ। ਤਦ ਮਰਦਾਨੇ ਆਖਿਆ ਕਿ ਜੀ ਆਪ ਦਾ ਕਿਹੜੇ ਸਾਜ਼ ਦੇ ਸੁਣਨ ਲਈ ਚਿੱਤ ਚਾਹੁੰਦਾ ਹੈ। ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ, ਰਬਾਬ ਤੇ ਵੱਧ ਕੇ ਹੋਰ ਕਿਹੜਾ ਸਾਜ਼ ਹੈ, ਸੋ ਅੱਛਾ ਆਖੀਏ ਸੋ ਵਜਾਓ। ਜਿਸ ਨੂੰ ਸੁਣ ਕੇ ਮਰਦਾਨੇ ਕਿਹਾ, ਜੀ ਮੇਰੇ ਪਾਸ ਤਾਂ ਨਹੀਂ ਜੋ ਵਜਾਵਾਂ। ਜਿਸ ਨੂੰ ਸੁਣ ਕੇ ਬੋਲੇ ਕਿ ਭਾਈ ਨਗਰ ਵਿੱਚ ਜਾ ਕੇ ਕਿਸੇ ਕੋਲੋਂ ਮੰਗ ਲਿਆਓ, ਜੇ ਕੋਈ ਮੰਗਿਆ ਨਾ ਦੇਵੇ ਤਾਂ ਮੁੱਲ ਲੈ ਆਵੀਂ। ਫਿਰ ਮਰਦਾਨੇ ਕਿਹਾ ਕਿ ਜੀ ਮੇਰੇ ਪਾਸ ਤਾਂ ਧੇਲਾ ਵੀ ਨਹੀਂ ਹੈ, ਮੁੱਲ ਕਿੱਥੋਂ ਖਰਚ ਕਰਾਂ। ਇਸ ਪਰ ਗੁਰੂ ਜੀ ਬੋਲੇ, ਮਰਦਾਨਿਆਂ, ਕਰਤਾਰ ਦਾ ਦਿੱਤਾ ਹੋਇਆ ਸਭੋ ਕੁਝ ਹੈ, ਐਡਾ ਉਦਾਸ ਨਾ ਹੋ। ਜਾ ਘਰ ਜਾ ਕੇ ਬੀਬੀ ਤੇ ਜਿਤਨੇ ਰੁਪਈਏ ਚਾਹੇ ਲੈ ਲੈ ਔਰ ਕੋਈ ਚੰਗਾ ਜਿਹਾ ਰਬਾਬ ਲੈ ਆਓ। ਇਹ ਸੁਣ ਕੇ ਮਰਦਾਨਾ ਬੀਬੀ ਪਾਸ ਆਇਆ ਔਰ ਰਬਾਬ ਲਈ ਕੁਝ ਰੁਪਏ ਮੰਗੇ। ਇਸ ਪਰ ਅੱਗੋਂ ਬੀਬੀ ਜੀ ਨੇ ਆਖਿਆ ਕਿ ਮਰਦਾਨਿਆਂ, ਤੂੰ ਜਾ ਕੇ ਪਹਿਲਾਂ ਰਬਾਬ ਦੇਖ ਆਓ ਅਤੇ ਮੁੱਲ ਕਰਾ ਕੇ ਮੇਰੇ ਪਾਸ ਆਈ। ਜਿਤਨੇ ਰੁਪਏ ਨੂੰ ਚੁੱਕੇ ਮੈਥੋਂ ਲੈ ਜਾਈ। ਮਰਦਾਨਾ ਲੱਗਾ ਨਗਰ ਦੀ ਗਲੀ ਕੂਚੇ ਫਿਰਨ, ਜਿੱਧਰ ਜਾਵੇ ਉਧਰੋਂ ਲੋਕ ਠੱਠਾ ਮਖੌਲ ਕਰਨ ਔਰ ਆਖਣ ਕਿ ਕੁਰਾਈਏ ਦਾ ਡੂਮ ਆਇਆ ਹੈ। ਨਾਲ ਕਈ ਬੁਰਾ ਬੋਲਣ ਤੇ ਕਈ ਮਿੱਟੀ ਚੁੱਕ ਕੇ ਉੱਤੇ ਸੁੱਟਣ। ਜੋ ਜਿਸ ਦੇ ਮਨ ਆਵੇ ਸੋ ਕਰੇ। ਇਸ ਤੇ ਮਰਦਾਨਾ ਤੰਗ ਆਏ ਗਿਆ ਔਰ ਆਖੇ ਕਿ ਇਹ ਤਾਂ ਅੱਛੀ ਹੋਣ ਲੱਗੀ ਹੈ, ਜੇ ਕੋਈ ਖੜਾ ਹੋਣ ਵੀ ਨਹੀਂ ਦਿੰਦਾ। ਬਹੁਤ ਤੰਗ ਹੋ ਕੇ ਪਿਛਾਂਹ ਮੁੜ ਆਇਆ ਔਰ ਮੂੰਹ ਬੁਰਾ ਜਿਹਾ ਕਰਕੇ ਆਣ ਬੈਠਾ। ਜਿਸ ਦੇ ਉਦਾਸ ਜਿਹੇ ਚਿਹਰੇ ਨੂੰ ਦੇਖ ਕੇ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ, ਖਾਲੀ ਕਿਉਂ ਮੁੜਿਓ? ਤੈਨੂੰ ਤਾਂ ਰਬਾਬ ਲੈਣ ਲਈ ਭੇਜਿਆ ਸੀ, ਸੋ ਦੱਸ ਸੁੱਖ ਹੈ। ਇਸ ਬਾਤ ਨੂੰ ਸੁਣ ਕੇ ਮਰਦਾਨਾ ਆਖਣ ਲੱਗਾ ਕਿ ਜੀ ਸੁੱਖ ਕਾਹਦੀ ਹੈ, ਤੇਰੇ ਸੰਗ ਮੈਨੂੰ ਅੱਛਾ ਫਲ ਮਿਲਿਆ ਹੈ,
ਜਿੱਧਰ ਜਾਂਦਾ ਹਾਂ ਉੱਧਰ ਲੋਕ ਅੱਗੋਂ 100 ਸੁਣਾਉਂਦੇ ਹਨ ਅਰ ਤੈਨੂੰ ਕੁਰਾਈਆ ਆਖਦੇ ਹਨ ਅਰ ਮੈਨੂੰ ਦੇਖਦੇ ਆਖਦੇ ਹਨ ਕਿ ਕੁਰਾਈਏ ਦਾ ਡੂਮ ਹੈ। ਕੁਰਾਈਏ ਸ਼ਬਦ ਦਾ ਅਰਥ ਹੈ ਰਾਹੋਂ ਭਟਕਿਆ ਹੋਇਆ। ਡੂਮ ਸ਼ਬਦ ਦਾ ਅਰਥ ਹੈ ਮਰਾਸੀ, ਜੋ ਕਿ ਇੱਕ ਜਾਤ ਹੈ। ਸੋ ਮੈਂ ਤਾਂ ਰਬਾਬ ਦੀ ਜਗ੍ਹਾ ਖਰਾਬ ਹੋ ਕੇ ਆਏ ਗਿਆ ਹਾਂ ਅਰ ਤੇਰੇ ਪਿੱਛੇ ਮੇਰੀ ਵੀ ਇਹ ਗੱਤ ਹੋਏ ਰਹੀ ਹੈ। ਇਸ ਨੂੰ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ, ਕੁਝ ਡਰ ਨਾ ਕਰ, ਇਹ ਲੋਕ ਐਵੇਂ ਝੱਖ ਮਾਰਦੇ ਹਨ। ਸੋ ਤੂੰ ਸੰਸਾਰ ਦਾ ਨਾ ਬਣ, ਤੈਨੂੰ ਮੈਂ ਕਰਤਾਰ ਦਾ ਬਣਾਇਆ ਹੈ। ਸੰਸਾਰ ਦਾ ਕੰਮ ਝੱਖ ਮਾਰਨੇ ਦਾ ਹੈ, ਪਰੰਤੂ ਪਰਮੇਸ਼ਰ ਦੇ ਪਿਆਰਿਆਂ ਦਾ ਇਸ 'ਤੇ ਕੁਝ ਨਹੀਂ ਵਿਗੜਦਾ। ਕੁੱਤੇ ਵਾਂਗਰ ਭੌਂਕ ਕੇ ਆਪੇ ਹੀ ਚੁੱਪ ਕਰ ਜਾਏਗਾ। ਇਹ ਸੁਣ ਕੇ ਮਰਦਾਨੇ ਆਖਿਆ ਕਿ ਜੀ ਤੇਰੀਆਂ ਤੂਹੇ ਜਾਣੇ, ਮੈਨੂੰ ਇਹ ਗੱਲ ਦੀ ਕਿਆ ਸਾਰ ਹੈ ਜੋ ਤੂੰ ਪਿਆ ਆਖਦਾ ਹੈ। ਇਸੀ ਤਰ੍ਹਾਂ ਕਰਦਿਆਂ ਕੁਝ ਦਿਨ ਬੀਤੇ ਤਾਂ ਮਰਦਾਨੇ ਨੂੰ ਆਖਿਆ ਕਿ ਮਰਦਾਨਿਆਂ, ਇੱਥੋਂ ਦੇ ਲੋਕ ਤਾਂ ਤੈਨੂੰ ਰਬਾਬ ਨਹੀਂ ਦਿੰਦੇ। ਸੋ ਸਤਲੁਜ ਅਤੇ ਬਿਆਸ ਦੇ ਵਿਚਕਾਰ ਜੱਟਾਂ ਦਾ ਪਿੰਡ ਹੈ। ਉੱਥੇ ਇੱਕ ਫਰਹਿੰਦਾ ਨਾਮੇ ਰਬਾਬੀ ਰਹਿੰਦਾ ਹੈ। ਫਰਹਿੰਦਾ ਰਬਾਬੀ ਦਾ ਨਾਂ ਸੀ। ਸੋ ਤੂੰ ਜਾ ਕੇ ਉਸ ਤੋਂ ਰਬਾਬ ਮੰਗੀ, ਉਹ ਤੈਨੂੰ ਦੇ ਦੇਵੇਗਾ। ਅਰ ਘਰੋਂ ਜਾ ਕੇ ਬੀਬੀ ਨਾਨਕੀ ਤੇ 7 ਰੁਪਏ ਲੈ ਜਾਈਂ, ਜੋ ਉਸ ਨੂੰ ਰਬਾਬ ਦਾ ਮੁੱਲ ਦੇ ਦੇਵੀਂ। ਇਸ ਗੱਲ ਨੂੰ ਮੰਨ ਕੇ ਮਰਦਾਨਾ ਬੀਬੀ ਪਾਸ ਗਿਆ ਅਰ 7 ਰੁਪਏ ਮੰਗੇ। ਉਸਨੇ ਆਖਿਆ ਕਿ ਭਾਈ ਮਰਦਾਨਾ, ਜਿਤਨੇ ਲੋੜੀਂਦੇ ਹਨ ਉਤਨੇ ਲੈ ਜਾ। ਪਰ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸੱਤੇ ਲੈ ਕੇ ਆਪਣਾ ਰਸਤਾ ਲਿੱਤਾ। ਜਦ ਜਾਂਦਾ ਜਾਂਦਾ ਉਸ ਨਗਰ ਪਹੁੰਚਾ ਅਤੇ ਉਸ ਦਾ ਪਤਾ ਪੁੱਛਣ ਲੱਗਾ, ਤਦ ਕੋਈ ਠੀਕ ਨਾ ਦੱਸੇ। 2 ਦਿਨ ਉੱਥੇ ਖੁਆਰ ਹੋ ਕੇ ਜਦ ਤੀਜੇ ਦਿਨ ਪਿਛਾਂਹ ਮੁੜਨ ਲੱਗਾ ਤਾਂ ਅੱਗੋਂ ਕਿਆ ਦੇਖਦਾ ਹੈ ਕਿ ਕਛ ਵਿੱਚ ਰਬਾਬ ਲਿੱਤਾ ਹੋਇਆ ਇੱਕ ਆਦਮੀ ਅੱਗੋਂ ਆਉਂਦਾ ਹੈ। ਉਸਨੇ ਆ ਕੇ ਮਰਦਾਨੇ ਨੂੰ ਪੁੱਛਿਆ, ਭਾਈ ਤੂੰ ਕਿੱਧਰੋਂ ਆਇਆ ਹੈ ਔਰ ਕਿਸ ਨੂੰ ਪੁੱਛਦਾ ਹੈ? ਇਸ ਗੱਲ ਨੂੰ ਸੁਣ ਕੇ ਮਰਦਾਨੇ ਨੇ ਆਪਣਾ ਅਗਲਾ ਪਿਛਲਾ ਸਾਰਾ ਹਾਲ ਸੁਣਾਇਆ ਕਿ ਮੈਂ ਰਾਏ ਭੋਏ ਦੀ ਤਲਵੰਡੀ 'ਤੇ ਰਹਿਣੇ ਵਾਲਾ ਹਾਂ ਔਰ ਮੇਰਾ ਨਾਮ ਮਰਦਾਨਾ ਹੈ। ਜਾਤ ਦਾ ਮਿਰਾਸੀ ਹਾਂ, ਪਰੰਤੂ ਅੱਜ ਕੱਲ੍ਹ ਮੈਂ ਨਾਨਕ ਪਾਸ ਰਹਿੰਦਾ ਹਾਂ, ਜੋ ਕੋਈ ਬੇਦੀ ਖੱਤਰੀ ਸੀ, ਪਰ ਹੁਣ ਸਾਧਾਂ ਵਾਲੀ ਬਿਰਤੀ ਵਿੱਚ ਹੋ ਗਿਆ ਹੈ। ਉਸ ਨੂੰ ਪਰਮੇਸ਼ਰ ਪਾਸੇ ਦੀ ਲਿਵ ਲੱਗੀ ਰਹਿੰਦੀ ਹੈ ਔਰ ਆਪਣੇ ਮੁਖੋਂ ਅਗੰਮ ਦੀ ਬਾਣੀ ਉਚਰਦਾ ਹੈ, ਜਿਸ ਨੂੰ ਉਹ ਆਪਣੇ ਮੂੰਹੋਂ ਮੈਨੂੰ ਸਿਖਾਉਂਦਾ ਹੈ। ਇਸ ਵਾਸਤੇ ਉਸ ਨੇ ਤੇਰੇ ਪਾਸ ਰਬਾਬ ਲਈ ਭੇਜਿਆ ਹੈ। ਇਸ ਬਾਤ ਨੂੰ ਸੁਣ ਕੇ ਫਰਹਿੰਦੇ ਨੇ ਰਬਾਬ ਮਰਦਾਨੇ ਦੇ ਹੱਥ ਫੜਾਇਆ ਕਿ ਚੱਲ ਭਾਈ ਮਰਦਾਨਿਆਂ, ਅਸੀਂ ਵੀ ਉਸ ਪੁੱਜੇ ਹੋਏ ਪੁਰਖ ਦਾ ਦਰਸ਼ਨ ਕਰ ਆਈਏ। ਇਹ ਸੁਣ ਕੇ ਮਰਦਾਨੇ ਨੇ ਕਿਹਾ, ਜੀ ਇਹ ਤੁਹਾਡੀ ਇੱਛਾ ਹੈ, ਪਰ ਇਹ 7 ਰੁਪਈਏ ਜੋ ਇਸ ਰਬਾਬ ਦਾ ਮੁੱਲ ਹੈ ਲੈ ਲਵੋ। ਇਸ ਗੱਲ ਨੂੰ ਸੁਣਦਿਆਂ ਫਰਹਿੰਦੇ ਨੇ ਕਿਹਾ ਕਿ ਭਾਈ ਮਰਦਾਨਾ, ਇਸ ਰਬਾਬ ਦਾ ਮੁੱਲ ਤਾਂ ਕੋਈ ਨਹੀਂ ਹੈ, ਕਿਉਂਕਿ ਇਸ ਦਾ ਵੀ ਉਸੀ ਦੇ ਨਾਲ ਕੁਝ ਪੁਰਾਣਾ
ਸੰਬੰਧ ਹੈ, ਜਿਸ ਤੇ ਇਹ ਉਸਨੇ ਯਾਦ ਕੀਤਾ ਹੈ। ਇਤਨੀ ਸੁਣ ਕੇ ਮਰਦਾਨਾ ਚੁੱਪ ਰਿਹਾ ਔਰ ਦੋਨੋਂ ਚੱਲ ਪਏ। ਜਦ ਤੀਜੇ ਦਿਨ ਗੁਰੂ ਪਾਸ ਪੁੱਜੇ ਅਤੇ ਪੈਰਾਂ 'ਤੇ ਮੱਥਾ ਟੇਕ ਕੇ ਬੈਠ ਗਏ। ਗੁਰੂ ਜੀ ਨੇ ਮਰਦਾਨੇ ਅਤੇ ਫਰਹਿੰਦੇ ਦੀ ਸੁੱਖ ਸਾਂਦ ਪੁੱਛੀ ਅਤੇ ਆਪਸ ਵਿੱਚ ਕਰਤਾਰ ਪਾਸੇ ਦੀਆਂ ਬਾਤਾਂ ਕੀਤੀਆਂ। ਸੁਣ ਕੇ ਫਰਹਿੰਦਾ ਚਰਨਾਂ 'ਤੇ ਡਿੱਗਾ ਔਰ ਆਖਣ ਲੱਗਾ ਕਿ ਜੀ ਜਿਹਾ ਤੂੰ ਸੁਣੀਂਦਾ ਸੀ ਉਹੋ ਜਿਹਾ ਅੱਖੀਂ ਡਿੱਠਾ ਹੈ। ਕੁਝ ਦਿਨ ਗਏ ਪਿੱਛੋਂ ਫਰਹਿੰਦਾ ਆਪਣੇ ਵਤਨ ਨੂੰ ਮੁੜ ਗਿਆ। ਪਿੱਛੋਂ ਮਰਦਾਨਾ ਲੱਗਾ ਰਬਾਬ ਨੂੰ ਸੁਰ ਕਰਨ, ਪਰੰਤੂ ਉਹ ਜਿਉਂ-ਜਿਉਂ ਸੁਰ ਕਰੇ ਤਿਉਂ-ਤਿਉਂ ਰਬਾਬ ਬੇਸੁਰਾ ਹੁੰਦਾ ਜਾਏ, ਜਿਸ ਪਰ ਗੁਰੂ ਜੀ ਨੇ ਆਖਿਆ ਕਿ ਮਰਦਾਨਿਆਂ, ਨਵਾਂ ਰਬਾਬ ਵਜਾਓ ਔਰ ਕਰਤਾਰ ਦੇ ਗੁਣ ਗਾਓ। ਇਸ ਨੂੰ ਸੁਣ ਕੇ ਆਖਣ ਲੱਗਾ ਕਿ ਜੀ ਮੈਂ ਇਸ ਨੂੰ ਠੀਕ ਕਰ ਲਵਾਂ ਜੋ ਠਾਠ ਚੰਗਾ ਬਣ ਜਾਏ, ਜਿਸ ਪਰ ਗੁਰੂ ਜੀ ਨੇ ਕਿਹਾ ਕਿ ਭੋਲਿਆ, ਤੇਰਾ ਕੰਮ ਠਾਠ ਕਰਨ ਦਾ ਨਹੀਂ ਹੈ, ਤੇਰਾ ਤਾਂ ਵਜਾਉਣ ਦਾ ਕੰਮ ਹੈ, ਸੋ ਤੂੰ ਵਜਾਓ। ਠਾਠ ਕਰਤਾਰ ਕਰਨੇ ਵਾਲਾ ਹੈ, ਸੋ ਆਪ ਹੀ ਕਰੇਗਾ। ਇਸ ਬਾਤ ਨੂੰ ਸੁਣ ਕੇ ਮਰਦਾਨਾ ਵਜਾਉਣ ਲੱਗਾ, ਜਿਸ ਪਰ ਰਬਾਬ ਦਾ ਅਜਿਹਾ ਠਾਠ ਬਣਿਆ ਜੋ ਉਸ ਦੀ ਮਧੁਰ ਧੁਨ ਨੂੰ ਸੁਣ ਕੇ ਜੰਗਲ ਦੇ ਮਿਰਗ ਵੀ ਮਸਤ ਹੋ ਗਏ ਔਰ ਗੁਰੂ ਜੀ ਨੂੰ ਬਾਣੀ ਆਈ, ਸੋਈ ਮਰਦਾਨੇ ਨੇ ਉਸ ਵਿੱਚ ਸੁੰਦਰ ਸੁਰ ਨਾਲ ਗਾਈ। ਇਹ ਸੀ ਗਿਆਨੀ ਦਿੱਤ ਸਿੰਘ ਜੀ ਦਾ ਲਿਖਿਆ ਹੋਇਆ ਨਿਬੰਧ ਰਬਾਬ ਮੰਗਾਉਣ ਦਾ ਬਿਰਤਾਂਤ। ਹੁਣ ਅਸੀਂ ਪੜ੍ਹੇ ਹੋਏ ਨਿਬੰਧ ਵਿੱਚੋਂ ਵਸਤੂਨਿਸ਼ਟ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਰਬਾਬ ਮੰਗਾਉਣ ਦਾ ਬਿਰਤਾਂਤ ਸਾਖੀ ਦਾ ਲੇਖਕ ਕੌਣ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਗਿਆਨੀ ਦਿੱਤ ਸਿੰਘ। ਦੂਸਰਾ ਪ੍ਰਸ਼ਨ ਹੈ, ਗਿਆਨੀ ਦਿੱਤ ਸਿੰਘ ਦੀ ਰਚਨਾ ਕਿਹੜੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਰਬਾਬ ਮੰਗਾਉਣ ਦਾ ਬਿਰਤਾਂਤ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਕਿੱਥੇ ਬੈਠ ਕੇ ਕਰਤਾਰ ਦੇ ਗੁਣ ਗਾਉਣ ਲੱਗੇ? ਇਸ ਪ੍ਰਸ਼ਨ ਦਾ ਉੱਤਰ ਹੈ ਜੰਗਲ ਵਿੱਚ। ਅਗਲਾ ਪ੍ਰਸ਼ਨ ਹੈ, ਗੁਰੂ ਜੀ ਨੂੰ ਹਿੰਦੂ ਅਤੇ ਮੁਸਲਮਾਨ ਲੋਕ ਕੀ ਕਹਿ ਰਹੇ ਸਨ? ਇਸ ਪ੍ਰਸ਼ਨ ਦਾ ਉੱਤਰ ਹੈ ਕੁਰਾਈਆ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਕਿਸ ਕੁਲ ਵਿੱਚੋਂ ਸਨ? ਇਸ ਪ੍ਰਸ਼ਨ ਦਾ ਉੱਤਰ ਹੈ ਵੇਦੀ ਖੱਤਰੀ। ਅਗਲਾ ਪ੍ਰਸ਼ਨ ਹੈ, ਗੁਰੂ ਜੀ ਦਾ ਸਾਥੀ ਕੌਣ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਭਾਈ ਮਰਦਾਨਾ। ਭਾਈ ਮਰਦਾਨਾ ਗੁਰੂ ਜੀ ਦਾ ਸਾਥੀ ਸੀ। ਅਗਲਾ ਪ੍ਰਸ਼ਨ ਹੈ, ਗੁਰੂ ਜੀ ਨੂੰ ਸਭ ਤੋਂ ਵੱਧ ਕਿਹੜਾ ਸਾਜ਼ ਪਸੰਦ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਰਬਾਬ। ਰਬਾਬ ਸਾਜ਼ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਵੱਧ ਪਸੰਦ ਸੀ। ਅਗਲਾ ਪ੍ਰਸ਼ਨ ਹੈ, ਰਬਾਬ ਮੰਗਾਉਣ ਦਾ ਬਿਰਤਾਂਤ ਲੇਖ ਵਿੱਚ ਬੀਬੀ ਕੌਣ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਗੁਰੂ ਜੀ ਦੀ ਭੈਣ ਬੇਬੇ ਨਾਨਕੀ। ਅਗਲਾ ਪ੍ਰਸ਼ਨ ਹੈ, ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ? ਇਸ ਪ੍ਰਸ਼ਨ ਦਾ ਉੱਤਰ ਹੈ ਕੁਰਾਈਏ ਦਾ ਡੂਮ। ਲੋਕ ਗੁਰੂ ਨਾਨਕ ਦੇਵ ਜੀ ਨੂੰ ਕੁਰਾਈਆ ਆਖਦੇ ਸਨ ਅਤੇ ਮਰਦਾਨੇ ਨੂੰ ਕੁਰਾਈਏ ਦਾ ਡੂਮ ਕਹਿੰਦੇ ਸਨ।
ਅਗਲਾ ਪ੍ਰਸ਼ਨ ਹੈ ਰਬਾਬੀ ਦਾ ਨਾਂ ਕੀ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਰਬਾਬੀ ਦਾ ਨਾਂ ਫਰਹਿੰਦਾ ਸੀ। ਅਗਲਾ ਪ੍ਰਸ਼ਨ ਹੈ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਤੋਂ ਕਿੰਨੇ ਰੁਪਏ ਲੈਣ ਲਈ ਕਿਹਾ? ਇਸ ਪ੍ਰਸ਼ਨ ਦਾ ਉੱਤਰ ਹੈ 7 ਰੁਪਏ। ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ 7 ਰੁਪਏ ਲੈਣ ਲਈ ਕਿਹਾ ਸੀ। ਅਗਲਾ ਪ੍ਰਸ਼ਨ ਹੈ ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਮਰਦਾਨਾ ਰਾਏ ਭੋਏ ਦੀ ਤਲਵੰਡੀ ਦਾ ਰਹਿਣ ਵਾਲਾ ਸੀ। ਅਗਲਾ ਪ੍ਰਸ਼ਨ ਹੈ ਗੁਰੂ ਜੀ ਅਤੇ ਫਰਹਿੰਦੇ ਨੇ ਕਿਸ ਬਾਰੇ ਗੱਲਾਂ ਕੀਤੀਆਂ? ਇਸ ਪ੍ਰਸ਼ਨ ਦਾ ਉੱਤਰ ਹੈ ਗੁਰੂ ਜੀ ਅਤੇ ਫਰਹਿੰਦੇ ਨੇ ਕਰਤਾਰ ਬਾਰੇ ਗੱਲਾਂ ਕੀਤੀਆਂ। ਅਗਲਾ ਪ੍ਰਸ਼ਨ ਹੈ ਜਦੋਂ ਮਰਦਾਨੇ ਨੇ ਰਬਾਬ ਵਜਾਈ ਤਾਂ ਠਾਠ ਕਿਸ ਨੇ ਬਣਾਇਆ? ਇਸ ਪ੍ਰਸ਼ਨ ਦਾ ਉੱਤਰ ਹੈ ਕਰਤਾਰ ਨੇ। ਅਗਲਾ ਪ੍ਰਸ਼ਨ ਹੈ ਲੋਕ ਗੁਰੂ ਨਾਨਕ ਦੇਵ ਜੀ ਨੂੰ ਕਿਹਨਾਂ ਦਾ ਪੁੱਤ ਪੋਤਾ ਕਹਿ ਰਹੇ ਸਨ? ਇਸ ਪ੍ਰਸ਼ਨ ਦਾ ਉੱਤਰ ਹੈ ਲੋਕ ਗੁਰੂ ਨਾਨਕ ਦੇਵ ਜੀ ਨੂੰ ਭਲੇ ਲੋਕਾਂ ਦਾ ਪੁੱਤ ਪੋਤਾ ਕਹਿ ਰਹੇ ਸਨ। ਅਗਲਾ ਪ੍ਰਸ਼ਨ ਹੈ ਮਰਦਾਨੇ ਨੇ ਬੀਬੀ ਤੋਂ ਕਿੰਨੇ ਰੁਪਏ ਲਏ? ਇਸ ਪ੍ਰਸ਼ਨ ਦਾ ਉੱਤਰ ਹੈ 7 ਰੁਪਏ। ਜਦੋਂ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ 7 ਰੁਪਏ ਲੈਣ ਲਈ ਕਿਹਾ ਸੀ ਤਾਂ ਮਰਦਾਨੇ ਨੇ ਬੀਬੀ ਤੋਂ 7 ਰੁਪਏ ਹੀ ਲਏ ਸੀ। ਅਗਲਾ ਪ੍ਰਸ਼ਨ ਹੈ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਅਤੇ ਕਿਹੜਾ ਗਲਤ? ਪਹਿਲਾ ਕਥਨ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ ਲੋਕ ਮਰਦਾਨੇ ਨੂੰ ਵੀ ਕੁਰਾਈਆ ਕਹਿੰਦੇ ਸਨ। ਇਹ ਕਥਨ ਬਿਲਕੁਲ ਠੀਕ ਹੈ। ਦੂਸਰਾ ਕਥਨ ਹੈ ਫਰਹਿੰਦਾ ਸਤਲੁਜ ਤੋਂ ਪਾਰ ਦਾ ਰਹਿਣ ਵਾਲਾ ਸੀ। ਇਹ ਕਥਨ ਗਲਤ ਹੈ ਕਿਉਂਕਿ ਫਰਹਿੰਦਾ ਸਤਲੁਜ ਤੋਂ ਪਾਰ ਦਾ ਰਹਿਣ ਵਾਲਾ ਨਹੀਂ ਸੀ। ਫਰਹਿੰਦਾ ਰਬਾਬੀ ਸਤਲੁਜ ਅਤੇ ਬਿਆਸ ਦੇ ਵਿਚਕਾਰ ਇੱਕ ਜੱਟਾਂ ਦਾ ਪਿੰਡ ਸੀ, ਉੱਥੇ ਦਾ ਰਹਿਣ ਵਾਲਾ ਸੀ। ਹੁਣ ਅਸੀਂ ਪਾਠ ਪੁਸਤਕ ਵਿੱਚ ਨਿਬੰਧ ਦੇ ਅਖੀਰ ਤੇ ਪੁੱਛੇ ਗਏ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਸਨ? ਇਸ ਪ੍ਰਸ਼ਨ ਦਾ ਉੱਤਰ ਹੈ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪਹਿਨਣ ਭੁਲਾ ਕੇ ਮਰਦਾਨੇ ਡੂਮ ਸਮੇਤ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਾ ਦੇਖ ਕੇ ਕੁਰਾਈਆ ਸਮਝਣ ਲੱਗੇ ਅਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ ਜੋ ਕਿਸੇ ਦੀ ਗੱਲ ਸੁਣਦਾ ਹੀ ਨਹੀਂ। ਅਗਲਾ ਪ੍ਰਸ਼ਨ ਹੈ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ? ਇਸ ਪ੍ਰਸ਼ਨ ਦਾ ਉੱਤਰ ਹੈ ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਉਹ ਉਸ ਨੂੰ ਠੱਠਾ ਮਖੌਲ ਕਰਦੇ ਹੋਏ ਕਹਿਣ ਕਿ ਕੁਰਾਈਏ ਦਾ ਡੂਮ ਆਇਆ ਹੈ। ਕਈ ਉਸ ਨੂੰ ਹੋਰ ਵੀ ਬੁਰੇ ਭਲੇ ਸ਼ਬਦ ਬੋਲ ਰਹੇ ਸਨ ਅਤੇ ਕਈਆਂ ਨੇ ਉਸ ਉੱਤੇ ਮਿੱਟੀ ਚੁੱਕ ਕੇ ਸੁੱਟੀ। ਅਗਲਾ ਪ੍ਰਸ਼ਨ ਹੈ ਮਰਦਾਨੇ ਨੇ ਨਗਰ ਵਿੱਚ ਉਸ ਨਾਲ ਜੋ ਬੀਤੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ? ਇਸ ਪ੍ਰਸ਼ਨ ਦਾ ਉੱਤਰ ਹੈ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ, ਲੋਕਾਂ ਦਾ ਕੰਮ ਝੱਖ ਮਾਰਨਾ ਹੈ। ਉਹ ਲੋਕਾਂ ਤੋਂ
ਬੇਪਰਵਾਹ ਰਹੇ ਅਤੇ ਸੰਸਾਰ ਦਾ ਨਾ ਬਣੇ, ਕਿਉਂਕਿ ਉਹਨਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਲੋਕਾਂ ਦੇ ਝੱਖ ਮਾਰਨ ਨਾਲ ਕੁਝ ਨਹੀਂ ਵਿਗੜਦਾ। ਕੁੱਤੇ ਆਪੇ ਭੌਂਕ ਕੇ ਚੁੱਪ ਕਰ ਜਾਂਦੇ ਹਨ। ਅਗਲਾ ਪ੍ਰਸ਼ਨ ਹੈ, ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿੱਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ, ਫਰਹਿੰਦੇ ਦੇ ਪੁੱਛਣ 'ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਦਿਆਂ ਕਿਹਾ ਕਿ ਉਹ ਸਾਧਾਂ ਵਾਲੀ ਬਿਰਤੀ ਧਾਰਨ ਕਰ ਚੁੱਕੇ ਬੇਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ, ਜੋ ਅਗੰਮ ਦੀ ਬਾਣੀ ਉਚਾਰਦਾ ਹੈ ਤੇ ਉਸ ਨੇ ਉਸ ਨੂੰ ਉਸ ਤੋਂ ਰਬਾਬ ਲੈਣ ਭੇਜਿਆ ਹੈ। ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆਂ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਕਿਹਾ ਕਿ ਇਸ ਦਾ ਵੀ ਉਸ ਗੁਰੂ ਜੀ ਨਾਲ ਕੋਈ ਪੁਰਾਣਾ ਸੰਬੰਧ ਹੈ। ਇਹ ਸੀ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਵਾਰਤਕ ਭਾਗ ਅਧੀਨ ਆਉਂਦਾ ਗਿਆਨੀ ਦਿੱਤ ਸਿੰਘ ਜੀ ਦਾ ਲਿਖਿਆ ਹੋਇਆ ਨਿਬੰਧ ਰਬਾਬ ਮਗਾਉਣ ਦਾ ਬਿਰਤਾਂਤ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।